जब टूटने लगे हौसले तो बस ये याद रखना, बिना मेहनत के हासिल तक तो ताज नहीं होते। ढूंढ लेना अंधेरे में ही मंजिल अपनी दोस्तों, ढूंढ लेना अंधेरे में ही मंजिल अपने दोस्तों, क्योंकि जुगनू कभी रोशनी के मोहताज नहीं होते। हेलो स्टूडेंट्स, वेलकम टू सीबीसी। आई एम मोहित ढींगरा। ਤਾਂ ਆਪਣੀ ਮਿਹਨਤ ਨੂੰ ਜਾਰੀ ਰੱਖੋ ਹੈ ਨਾ, ਬਿਲਕੁਲ ਆਪਣਾ ਹੌਸਲਾ ਨਹੀਂ ਟੁੱਟਣ ਦੇਣਾ, ਹੌਸਲਾ ਆਪਣਾ ਬਣਾ ਕੇ ਰੱਖੋ, ਕਿਉਂਕਿ ਪੰਜਾਬ ਪਟਵਾਰੀ ਹੁਣ ਛੇਤੀ ਆਊਟ ਹੋ ਜੂਗਾ ਹੈ ਨਾ। ਤਾਂ ਉਹਦੇ ਲਈ ਹੀ ਆਪਾਂ ਇੱਕ ਸਪੈਸ਼ਲ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਸਟੈਟਿਕ ਜੀਕੇ। ਤਾਂ ਆਪਾਂ ਪਾਰਟ 13 ਤੱਕ ਕਵਰ ਕਰ ਚੁੱਕੇ ਸੀ। ਅੱਜ ਮੈਂ ਤੁਹਾਡੇ ਨਾਲ ਇੱਥੇ ਲੈ ਕੇ ਆ ਰਿਹਾ ਪਾਰਟ 14। ਤਾਂ ਅੱਜ ਆਪਾਂ ਪਾਰਟ 14 ਦੇ ਵਿੱਚ ਇੰਪੋਰਟੈਂਟ ਕੁਐਸਚਨਸ ਨੂੰ, ਇੰਪੋਰਟੈਂਟ ਕੰਸੈਪਟ ਨੂੰ, ਸਟੈਟਿਕ ਜੀਕੇ ਕੁਛ ਵੀ ਹੈ ਨਾ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਰੈਲੇਵੈਂਟ ਇੰਪੋਰਟੈਂਟ ਹੈ, ਉਹ ਆਪਾਂ ਸਾਰਾ ਕੁਛ ਅੱਜ ਆਪਾਂ ਡਿਸਕਸ ਕਰਾਂਗੇ। ਤਾਂ ਅੱਜ ਹੈ ਜੀ 2 ਜੁਲਾਈ। ਤਾਂ ਸਟਾਰਟ ਕਰਦੇ ਹਾਂ ਜੀ। ਇਸ ਤੋਂ ਪਹਿਲਾਂ ਆਪਾਂ 1 ਜੁਲਾਈ ਨੂੰ ਇੱਕ ਡੇ ਯਾਦ ਕੀਤਾ ਸੀ। 1 ਜੁਲਾਈ ਨੂੰ ਦੇਖੋ ਕਾਫੀ ਜ਼ਿਆਦਾ ਡੇ ਸੀ। 1 ਜੁਲਾਈ ਨੂੰ ਆਪਾਂ ਕੀ ਡੇ ਯਾਦ ਕੀਤਾ ਸੀ? ਇੱਕ ਤਾਂ ਆਪਾਂ ਯਾਦ ਕੀਤਾ ਸੀ ਨੈਸ਼ਨਲ ਚਾਰਟਰਡ ਅਕਾਊਂਟੈਂਟਸ ਡੇ ਹੈ ਨਾ। ਦੂਸਰਾ 1 ਜੁਲਾਈ ਨੂੰ ਕੀ ਸੀਗਾ? 1 ਜੁਲਾਈ ਨੂੰ ਹੁੰਦਾ ਹੈ ਆਪਣਾ ਡਾਕਟਰਸ ਡੇ ਵੀ ਹੁੰਦਾ ਹੈ, ਠੀਕ ਹੈ। ਇਹ ਵੀ ਕਾਫੀ ਇੰਪੋਰਟੈਂਟ ਹੈ, ਡਾਕਟਰਸ ਡੇ ਵੈਰੀ ਇੰਪੋਰਟੈਂਟ। ਤਾਂ ਡਾਕਟਰਸ ਡੇ ਵੀ 1 ਜੁਲਾਈ ਨੂੰ ਹੁੰਦਾ ਹੈ। ਤੀਸਰਾ SBI ਦਾ ਫਾਊਂਡੇਸ਼ਨ ਡੇ ਵੀ ਸੀਗਾ ਹੈ ਨਾ, ਸਟੇਟ ਬੈਂਕ ਆਫ ਇੰਡੀਆ ਦਾ ਫਾਊਂਡੇਸ਼ਨ ਡੇ ਵੀ ਸੀ 1 ਜੁਲਾਈ ਨੂੰ। ਤਾਂ ਇਹ ਕੁਛ ਇੰਪੋਰਟੈਂਟ ਡੇ ਸੀਗੇ 1 ਜੁਲਾਈ ਨੂੰ। ਤਾਂ ਅੱਜ 2 ਜੁਲਾਈ ਹੈ। 2 ਜੁਲਾਈ ਨੂੰ ਵੀ ਆਪਾਂ ਦੇਖ ਲੈਂਦੇ ਹਾਂ। ਵੈਸੇ ਇਹ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੈ, ਬਟ ਕਿਉਰਿਓਸਿਟੀ ਪੁਆਇੰਟ ਆਫ ਵਿਊ ਨਾਲ 2 ਜੁਲਾਈ ਨੂੰ ਵੀ ਵੈਸੇ ਡੇ ਸੈਲੀਬ੍ਰੇਟ ਕੀਤਾ। ਹਰ ਦਿਨ ਨੂੰ ਦੇਖੋ ਕੋਈ ਨਾ ਕੋਈ ਡੇ ਹੁੰਦਾ ਹੀ ਹੈ ਖਾਸ। ਤਾਂ 2 ਜੁਲਾਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਵਰਲਡ UFO ਡੇ। ਵੈਰੀ ਇੰਪੋਰਟੈਂਟ, ਵਰਲਡ UFO ਡੇ। ਠੀਕ ਹੈ, ਐਗਜ਼ਾਮ 'ਚ ਚਾਹੇ ਨਾ ਆਵੇ, ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਰਲਡ UFO ਡੇ। ਦੇਖੋ ਆਪਾਂ ਹੈ ਨਾ, ਕਈ ਵਾਰੀ ਆਪਾਂ YouTube ਵਗੈਰਾ ਚਲਾਉਂਦੇ ਹਾਂ ਹੈ ਨਾ, ਆਪਾਂ ਨੂੰ ਇਹ ਚੀਜ਼ਾਂ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ ਵੀ UFO ਕੀ ਹੁੰਦਾ ਹੈ? ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ। ਯਾਨੀ ਕਿ ਜਿਵੇਂ ਦੇਖੋ ਆਪਾਂ ਇੱਕ ਮੂਵੀ ਦੇਖੀ ਸੀ ਕੋਈ ਮਿਲ ਗਿਆ ਹੈ ਨਾ, ਉਹਦੇ ਵਿੱਚ ਸੀਗੇ ਨਾ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ, ਉਡਨ ਤਸ਼ਤਰੀਆਂ ਜਿਹੜੀ ਆਪਾਂ ਦੇਖਦੇ ਸੀ ਵੀ ਜਿਹੜੀ ਆਸਮਾਨ 'ਚ ਇੱਕਦਮ ਦਿਖਣ ਲੱਗ ਜਾਂਦੀਆਂ ਹੈ ਨਾ। ਤਾਂ ਇੱਕਦਮ ਉਹ ਜਿਵੇਂ ਇਹ ਮੰਨਿਆ ਜਾਂਦਾ ਵੀ ਇੱਦਾਂ ਦੇਖੀਏ ਕਿ ਸਾਇੰਟਿਸਟ ਇੱਦਾਂ ਕਹਿੰਦੇ ਨੇ ਹੈ ਨਾ, ਕੁਛ ਲੋਕ ਇੱਦਾਂ ਕਹਿੰਦੇ ਨੇ ਵੀ ਆਸਮਾਨ 'ਚ ਅਜੀਬ ਜੀ ਅਸੀਂ ਉਡਨ ਤਸ਼ਤਰੀ ਦੇਖੀ, ਉਹਨੂੰ UFO ਬੋਲਿਆ ਜਾਂਦਾ, ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ। ਮਤਲਬ ਇਹ ਮੰਨਿਆ ਜਾਂਦਾ ਵੀ ਕਿਤੇ ਹੋਰ ਵੀ ਸ਼ਾਇਦ ਲਾਈਫ ਹੋਊਗੀ, ਕਿਤੇ ਹੋਰ ਵੀ ਲੋਕ ਰਹਿ ਰਹੇ ਹੋਣਗੇ ਹੈ ਨਾ। ਤਾਂ ਬਹੁਤ ਵੱਡੀ ਕੁਦਰਤ ਹੈ, ਬਹੁਤ ਵੱਡੀ ਯੂਨੀਵਰਸ ਹੈ, ਕੀ ਪਤਾ ਕਿਤੇ ਹੋਰ ਵੀ ਜ਼ਿੰਦਗੀ ਹੋਵੇ ਹੈ ਨਾ। ਚਲੋ ਇਹਨਾਂ ਚੀਜ਼ਾਂ ਨੂੰ ਤੁਸੀਂ ਖੁਦ ਹੈ ਨਾ ਥੋੜ੍ਹਾ ਡਿਸਕਵਰ ਕਰੋ ਅਤੇ ਜਲਦੀ ਰਿਸਰਚ ਕਰਕੇ ਮੈਨੂੰ ਵੀ ਦੱਸੋ। ਤਾਂ ਡਿਸਕਸ ਕਰਦੇ ਹਾਂ, ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਫਸਟ ਕੁਐਸਚਨ ਹੈ ਜੀ। ਭਾਰਤ ਰਤਨਾ ਕੈਨ ਬੀ ਅਵਾਰਡਡ ਟੂ ਮੈਕਸਿਮਮ ਹਾਊ ਮੈਨੀ ਪਰਸਨਸ ਇਨ ਅ ਪਾਰਟੀਕੂਲਰ ਈਅਰ। ਇੱਕ ਸਾਲ ਦੇ ਵਿੱਚ ਜਿਹੜਾ ਭਾਰਤ ਰਤਨਾ ਉਹ ਕਿੰਨੇ ਪਰਸਨ ਨੂੰ ਦਿੱਤਾ ਜਾ ਸਕਦਾ? ਤਾਂ ਇਹਦਾ ਕਰੈਕਟ ਆਨਸਰ ਹੈ ਜੀ 4th ਆਪਸ਼ਨ 3। ਮਤਲਬ ਇੱਕ ਸਾਲ ਦੇ ਵਿੱਚ ਮੈਕਸਿਮਮ 3 ਬੰਦਿਆਂ ਨੂੰ ਹੀ ਭਾਰਤ ਰਤਨਾ ਅਵਾਰਡ ਦਿੱਤਾ ਜਾ ਸਕਦਾ ਹੈ, ਠੀਕ ਹੈ। ਅਤੇ ਭਾਰਤ ਰਤਨਾ ਅਵਾਰਡ ਬਾਰੇ ਆਪਾਂ ਪੜ੍ਹਿਆ ਹੀ ਸੀ। ਇਹ ਕੀ ਹੈ ਜੀ? ਇੰਡੀਆ ਦਾ ਹਾਈਐਸਟ ਸਿਵਲੀਅਨ ਅਵਾਰਡ। ਇੰਡੀਆਜ਼ ਹਾਈਐਸਟ ਸਿਵਲੀਅਨ ਅਵਾਰਡ ਕਿਹੜਾ ਹੈ? ਭਾਰਤ ਰਤਨਾ, ਠੀਕ ਹੈ, ਇੰਪੋਰਟੈਂਟ ਹੈ। ਇਹ ਆਪਾਂ ਲਾਸਟ ਸੀਰੀਜ਼ 'ਚ ਵੀ ਯਾਦ ਕੀਤਾ ਸੀ। ਸੈਕਿੰਡ ਹਾਈਐਸਟ ਕਿਹੜਾ ਜੀ? ਪਦਮ ਵਿਭੂਸ਼ਣ। ਇਹ ਵੀ ਆਪਾਂ ਦੇਖੋ ਲਾਸਟ ਜੋ ਆਪਣੀ ਸੀਰੀਜ਼ ਹੈ ਇਹਦੇ ਵਿੱਚ ਜ਼ਰੂਰ ਤੁਸੀਂ ਦੇਖ ਲੈਣਾ। 3rd ਸੀਗਾ ਆਪਣਾ ਪਦਮ ਭੂਸ਼ਣ ਅਤੇ 4th ਸੀਗਾ ਪਦਮ ਸ਼੍ਰੀ, ਠੀਕ ਹੈ। ਇਹ ਆਪਣੀ ਲਾਸਟ ਸੀਰੀਜ਼ ਦੇ ਵਿੱਚ ਆਪਣੀ ਪਾਰਟ 13 ਦੇ ਵਿੱਚ ਤੁਸੀਂ ਇਹ ਚੈੱਕ ਕਰ ਲੈਣਾ। ਇਹ ਸਾਰਾ ਮੈਂ ਤੁਹਾਨੂੰ ਉਹਦੇ 'ਚ ਦੱਸਿਆ ਸੀ। ਅਤੇ ਭਾਰਤ ਰਤਨਾ ਦੀ ਆਪਾਂ ਸ਼ੇਪ ਯਾਦ ਕੀਤੀ ਸੀ। ਸ਼ੇਪ ਸੀ ਇਹਦੀ ਕਿਹੜੀ? ਪੀਪਲ ਲੀਫ, ਠੀਕ ਹੈ। ਤਾਂ ਆਪਾਂ ਇਹ ਵੀ ਯਾਦ ਕੀਤਾ ਸੀ ਵੀ ਭਾਰਤ ਰਤਨਾ ਫਸਟ ਕਿਹਨੂੰ ਮਿਲਿਆ ਸੀ। ਅੱਜ ਮੈਂ ਤੁਹਾਨੂੰ ਇਹ ਦੱਸਦਾ ਵੀ ਭਾਰਤ ਰਤਨਾ 2019 ਦੇ ਵਿੱਚ ਕਿਹਨੂੰ ਮਿਲਿਆ ਸੀ। ਇੱਕ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਵੀ ਟੋਟਲ ਅੱਜ ਤੱਕ 48 ਪਰਸਨਸ ਹੈ ਜਿਨ੍ਹਾਂ ਨੂੰ ਭਾਰਤ ਰਤਨਾ ਮਿਲ ਚੁੱਕਿਆ, 48। ਅਤੇ 2019 ਦੇ ਵਿੱਚ 3 ਪਰਸਨਸ ਨੂੰ ਮਿਲਿਆ ਸੀ। ਉਹਨਾਂ ਦੇ ਨਾਮ ਹੈ ਜੀ, ਫਸਟ ਹੈ ਭੁਪੇਨ ਹਜ਼ਾਰਿਕਾ, ਠੀਕ ਹੈ, ਇਹ ਤੁਹਾਡੇ ਲਈ ਨਵੀਂ ਚੀਜ਼ ਹੋ ਜੂਗੀ ਅੱਜ। ਸੈਕਿੰਡ ਹੈ ਪ੍ਰਣਬ ਮੁਖਰਜੀ, ਐਂਡ 3rd ਹੈ ਨਾਨਾ ਜੀ ਦੇਸ਼ਮੁਖ। ਤਾਂ ਇਹ 3 ਪਰਸਨ ਨੇ ਵੀ ਯਾਦ ਰੱਖਣੇ, ਭੁਪੇਨ ਹਜ਼ਾਰਿਕਾ, ਪ੍ਰਣਬ ਮੁਖਰਜੀ, ਨਾਨਾ ਜੀ ਦੇਸ਼ਮੁਖ, ਜਿਨ੍ਹਾਂ ਨੂੰ 2019 ਦੇ ਵਿੱਚ ਮਿਲਿਆ ਸੀ। ਤਾਂ ਟੋਟਲ 48 ਪਰਸਨ ਹੋ ਗਏ ਜਿਨ੍ਹਾਂ ਨੂੰ ਭਾਰਤ ਰਤਨਾ ਮਿਲ ਚੁੱਕੇ। ਉਸ ਤੋਂ ਬਾਅਦ ਸੈਕਿੰਡ ਕੁਐਸਚਨ ਹੈ ਜੀ, ਦ ਫਸਟ ਬੈਟਲ ਆਫ ਪਾਨੀਪਤ ਵਾਜ਼ ਫੋਟ ਇਨ ਦਾ ਈਅਰ। ਵੈਰੀ ਇੰਪੋਰਟੈਂਟ ਹਿਸਟਰੀ ਦਾ ਕੁਐਸਚਨ ਹੈ। ਤਾਂ ਇਹ ਸੀਰੀਜ਼ ਦੇ ਵਿੱਚ ਆਪਾਂ ਸਾਰੇ ਟੌਪਿਕਸ ਨੂੰ ਕਵਰ ਕਰਕੇ ਚੱਲ ਰਹੇ, ਹਿਸਟਰੀ, ਜਿਓਗ੍ਰਾਫੀ, ਪੋਲਿਟੀ, ਸਾਇੰਸ ਹੈ ਨਾ, ਕੰਪਿਊਟਰ ਹੋ ਗਿਆ, ਕਰੰਟ ਅਫੇਅਰਸ ਹੋ ਗਏ, ਹਰ ਚੀਜ਼ ਜੋ ਵੀ ਚੀਜ਼ ਤੁਹਾਨੂੰ ਐਗਜ਼ਾਮ 'ਚ ਆਉਗੀ ਉਹ ਸਾਰੇ ਆਪਾਂ ਕਵਰ ਕਰਾਂਗੇ। ਤਾਂ ਫਸਟ ਬੈਟਲ ਆਫ ਪਾਨੀਪਤ ਹੋਈ ਸੀ ਜੀ 1526 ਦੇ ਵਿੱਚ। ਵੈਰੀ ਇੰਪੋਰਟੈਂਟ, 1526 ਦੇ ਵਿੱਚ। ਸਾਰੇ ਆਪਸ਼ਨਸ ਨੂੰ ਆਪਾਂ ਡਿਸਕਸ ਕਰਾਂਗੇ। ਤਾਂ 1526 ਦੇ ਵਿੱਚ ਜੇ ਪਹਿਲੀ ਬੈਟਲ ਹੋਈ ਸੀ ਪਾਨੀਪਤ ਦੀ, ਕਿਹਦੇ ਵਿਚਕਾਰ ਹੋਈ ਸੀ? ਇਹ ਹੋਈ ਸੀ ਬਾਬਰ ਐਂਡ ਇਬਰਾਹਿਮ ਲੋਧੀ। ਤਾਂ ਲੋਧੀ ਵੰਸ਼ ਦਾ ਰਾਜਾ ਸੀ ਇਬਰਾਹਿਮ ਲੋਧੀ,
ਐਂਡ ਮੁਗਲਾਂ ਦੇ ਵਿੱਚੋਂ ਪਹਿਲਾ ਕੌਣ ਆਇਆ ਸੀ ਇੰਡੀਆ 'ਚ? ਬਾਬਰ। ਤਾਂ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਭਿੜੰਤ ਹੋਈ ਸੀ, ਲੜਾਈ ਹੋਈ ਸੀ, ਉਹਨੂੰ ਕਹਿੰਦੇ ਫਸਟ ਬੈਟਲ ਆਫ ਪਾਨੀਪਤ। ਨਾਰਥ ਇੰਡੀਆ 'ਚ ਪਾਨੀਪਤ, ਜੋ ਕਿ ਅੱਜ ਮਾਡਰਨ ਡੇ ਹਰਿਆਣਾ ਦੇ ਵਿੱਚ ਹੈ, 1526। ਇਸ ਤੋਂ ਬਾਅਦ ਸੈਕਿੰਡ ਬੈਟਲ ਹੋਈ ਕਦੋਂ ਹੋਈ? 1556 ਦੇ ਵਿੱਚ। ਤਾਂ 1556 ਦੇ ਵਿੱਚ ਹੋਈ ਸੈਕਿੰਡ ਬੈਟਲ ਆਫ ਪਾਨੀਪਤ, ਜੋ ਕਿ ਕਿਹਦੇ ਵਿਚਕਾਰ ਹੋਈ ਸੀ? ਇਹ ਹੋਈ ਸੀ ਹੇਮੂ ਵਿਕਰਮਾਦਿੱਤੇ ਐਂਡ ਅਕਬਰ, ਮੁਗਲ ਸਮਰਾਟ ਅਕਬਰ। ਤਾਂ ਦੋਨਾਂ 'ਚ ਹੋਈ ਸੀ। ਵੈਰੀ ਇੰਪੋਰਟੈਂਟ, ਯਾਦ ਰੱਖਣਾ। ਫਿਰ ਉਸ ਤੋਂ ਬਾਅਦ ਤੀਸਰੀ ਵੀ ਹੋ ਗਈ ਜੀ। ਤੀਸਰੀ ਕਦੋਂ ਹੋਈ? ਇਹ ਹੋਈ 1556 ਸੈਕਿੰਡ ਹੋ ਗਈ। ਤੀਸਰੀ ਹੋਈ ਸੀ 1761 ਦੇ ਵਿੱਚ। 1761 ਦੇ ਵਿੱਚ ਥਰਡ ਬੈਟਲ ਆਫ ਪਾਨੀਪਤ ਹੋਈ। ਇਹ ਹੋਈ ਸੀ ਜੀ ਮਰਾਠਾਸ, ਜਿਹੜੇ ਮਰਾਠਾਸ ਸੀਗੇ ਐਂਡ ਦੁਰਾਨੀ ਐम्पायर ਦੇ ਵਿਚਕਾਰ ਹੋਈ ਸੀ। ਦੁਰਾਨੀ ਐम्पायर, ਬਸ ਇੰਨਾ ਤੁਸੀਂ ਯਾਦ ਰੱਖ ਲਓ। ਮਰਾਠਾ ਐਂਡ ਦੁਰਾਨੀ ਐम्पायर ਦੇ ਵਿਚਕਾਰ ਹੋਈ ਸੀ ਥਰਡ ਬੈਟਲ ਆਫ ਪਾਨੀਪਤ। ਤਾਂ 1526 ਪਹਿਲੀ, 1556 ਦੂਸਰੀ, 1761 ਤੀਸਰੀ। 3 ਬੈਟਲਸ ਆਪਾਂ ਯਾਦ ਰੱਖਣੀ ਹੈ ਪਾਨੀਪਤ ਦੀ। ਚਲਦੇ ਜੀ ਥਰਡ ਕੁਐਸਚਨ 'ਤੇ। ਥਰਡ ਕੁਐਸਚਨ ਕੀ ਹੈ? ਕੁਚੀਪੁੜੀ ਇਜ਼ ਏ ਫੋਕ ਡਾਂਸ ਆਫ। ਦੇਖੋ ਅੱਜ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਦਾ ਯਾਦ ਰੱਖਣ ਦੀ। ਤੁਸੀਂ ਕੀ ਕਰਨਾ ਹੈ, ਇੱਕ ਮੇਰੇ ਨਾਲ ਲਾਈਨ ਯਾਦ ਰੱਖਣੀ ਹੈ। ਫਸਟ ਹੈ ਜੀ ਭਰਤ ਨਾਡੂ, ਫਿਰ ਤੁਸੀਂ ਯਾਦ ਕਰਨਾ ਹੈ ਗਾਨ ਕਰਨਾ, ਫਿਰ ਯਾਦ ਰੱਖਣਾ ਹੈ ਪੂੜੀ ਆਦਿ, ਅਤੇ ਉਸ ਤੋਂ ਬਾਅਦ ਕੱਥਕ ਉੱਤਰ। ਹੁਣ ਇਹ ਤੁਸੀਂ ਨਾਲ ਇਹਨੂੰ ਲਿਖ ਲੈਣਾ। ਦੇਖੋ ਭਰਤ ਨਾਡੂ ਦਾ ਮਤਲਬ ਕੀ ਹੈ? ਦੇਖੋ ਮੈਂ ਬੋਲਦਾ ਭਰਤ, ਤੁਸੀਂ ਬੋਲਣਾ ਨਾਡੂ। ਭਰਤ ਨਾਡੂ, ਗਾਨ ਕਰਨਾ, ਪੂੜੀ ਆਦਿ, ਕੱਥਕ ਉੱਤਰ। ਤਾਂ ਹੁਣ ਤੁਸੀਂ ਕੀ ਕਰਨਾ ਹੈ, 5-10 ਮਿੰਟ ਵੀਡੀਓ ਨੂੰ ਪੋਜ਼ ਕਰੋ। ਪੋਜ਼ ਕਰਕੇ ਖੁਦ ਬੋਲੋ ਆਪਣੇ ਮਨ 'ਚ ਜਾਂ ਸ਼ੀਸ਼ੇ ਮੂਹਰੇ ਖੜ੍ਹ ਕੇ, ਹੈ ਨਾ, ਜਿਵੇਂ ਮਰਜ਼ੀ ਬੋਲੋ। ਬਸ 5-6 ਵਾਰੀ ਬੋਲੋ ਇਹਨੂੰ, ਭਰਤ ਨਾਡੂ, ਗਾਨ ਕਰਨਾ, ਪੂੜੀ ਆਦਿ, ਕੱਥਕ ਉੱਤਰ। ਬਹੁਤ ਈਜ਼ੀ ਹੈ। ਬੋਲੋ 4-5 ਵਾਰੀ ਭਰਤ ਨਾਡੂ, ਗਾਨ ਕਰਨਾ, ਪੂੜੀ ਆਦਿ, ਕੱਥਕ ਉੱਤਰ। ਆਈ ਹੋਪ ਤੁਸੀਂ ਬੋਲ ਲਿਆ ਹੋਊਗਾ, ਹੈ ਨਾ। ਤਾਂ ਭਰਤ ਨਾਡੂ ਦਾ ਭਰਤ ਮਤਲਬ ਹੈ ਇੱਥੇ ਭਰਤ ਨਾਟਿਅਮ, ਅਤੇ ਨਾਡੂ ਮਤਲਬ ਹੈ ਜੀ ਤਮਿਲਨਾਡੂ। ਯਾਨੀ ਕਿ ਭਰਤ ਨਾਟਿਅਮ ਕਿੱਥੇ ਹੁੰਦਾ ਹੈ? ਤਮਿਲਨਾਡੂ ਦੇ ਵਿੱਚ। ਗਾਨ ਕਰਨਾ, ਗਾਨ ਦਾ ਮਤਲਬ ਹੈ ਜੀ ਯਕਸ਼ਗਾਨ, ਅਤੇ ਕਰਨਾ ਮਤਲਬ ਹੈ ਕਰਨਾਟਕ। ਯਕਸ਼ਗਾਨ ਕਿੱਥੇ ਹੁੰਦਾ ਹੈ? ਕਰਨਾਟਕਾ ਦੇ ਵਿੱਚ। ਠੀਕ ਹੈ, ਇੱਦਾਂ ਯਾਦ ਰੱਖਣਾ, ਗਾਨ ਕਰਨਾ। ਪੂੜੀ ਮਤਲਬ ਕੁਚੀਪੁੜੀ, ਜੋ ਅੱਜ ਦਾ ਕੁਐਸਚਨ ਹੈ। ਪੂੜੀ ਆਦਿ ਮਤਲਬ ਆਂਧਰ ਪ੍ਰਦੇਸ਼। ਤਾਂ ਇਹਦਾ ਸੈਕਿੰਡ ਆਪਸ਼ਨ ਕਰੈਕਟ ਆਂਸਰ ਹੋ ਜਾਊਗਾ ਆਂਧਰ ਪ੍ਰਦੇਸ਼। ਅਤੇ ਕੱਥਕ ਆਪਾਂ ਪ੍ਰੀਵੀਅਸ ਸੀਰੀਜ਼ ਦੇ ਵਿੱਚ ਕੀਤਾ ਸੀ। ਕੱਥਕ ਕਿੱਥੇ ਹੁੰਦਾ? ਉੱਤਰ ਮਤਲਬ ਉੱਤਰ ਪ੍ਰਦੇਸ਼। ਤਾਂ ਇਸ ਤਰੀਕੇ ਨਾਲ ਤੁਸੀਂ ਇਹ ਸਾਰੇ ਯਾਦ ਰੱਖਣੇ। ਠੀਕ ਹੈ, ਤਾਂ ਬਾਕੀ ਆਪਸ਼ਨਸ ਵੀ ਦੇਖ ਲੈਂਦੇ ਹਾਂ। ਮਿਜ਼ੋਰਮ ਦੇ ਵਿੱਚ ਜਿਹੜਾ ਡਾਂਸ ਹੁੰਦਾ ਉਹਨੂੰ ਬੋਲਦੇ ਚੀਰਾ ਡਾਂਸ। ਇਹ ਮਿਜ਼ੋਰਮ ਦੇ ਵਿੱਚ ਹੁੰਦਾ। ਕੁਚੀਪੁੜੀ ਹੋ ਗਿਆ ਆਂਧਰ ਪ੍ਰਦੇਸ਼। ਜੰਮੂ ਕਸ਼ਮੀਰ ਦੇ 2 ਤੁਸੀਂ ਮੇਨ ਯਾਦ ਰੱਖਣੇ। ਇੱਕ ਤਾਂ ਹੈ ਦੁਮਹਲ, ਵੈਰੀ ਇੰਪੋਰਟੈਂਟ। ਦੂਸਰਾ ਹੈ ਰੌਫ। ਜੰਮੂ ਕਸ਼ਮੀਰ 'ਚ ਕਾफ़ੀ ਜ਼ਿਆਦਾ ਖੌਫ ਹੈ ਨਾ, ਖੌਫ ਤੋਂ ਯਾਦ ਰੱਖ ਲਓ ਰੌਫ। ਅਤੇ ਦੂਸਰਾ ਦੁਮਹਲ। ਅਤੇ ਮਹਾਰਾਸ਼ਟਰ ਦਾ ਫੇਮਸ ਆਪਾਂ ਯਾਦ ਕੀਤਾ ਸੀ, ਵੈਰੀ ਇੰਪੋਰਟੈਂਟ, ਲਾਵਨੀ। ਅਤੇ ਬਾਕੀ ਆਪਾਂ ਕੈਪੀਟਲਸ ਯਾਦ ਰੱਖਦੇ ਹਾਂ। ਮਿਜ਼ੋਰਮ ਦੀ ਕੈਪੀਟਲ ਹੈ ਆਈਜ਼ਵਾਲ, ਵੈਰੀ ਇੰਪੋਰਟੈਂਟ ਹੈ ਕਿਉਂਕਿ ਨਾਰਥ ਈਸਟਰਨ ਸਟੇਟ ਹੈ ਆਈਜ਼ਵਾਲ। ਆਂਧਰ ਪ੍ਰਦੇਸ਼ ਦੀ ਕੀ ਹੈ? ਅਮਰਾਵਤੀ। ਅਤੇ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਹੋਰ ਦੱਸਦਾ ਵੀ। ਅਮਰਾਵਤੀ 'ਤੇ ਆਪਾਂ ਨੂੰ ਕੁਐਸਚਨ ਆਊਗਾ ਵੀ ਅਮਰਾਵਤੀ ਕਿਹੜੀ ਰਿਵਰ ਦੇ ਕਿਨਾਰੇ ਹੈ? ਤਾਂ ਅਮਰਾਵਤੀ ਇਜ਼ ਔਨ ਦਾ ਬੈਂਕ ਆਫ ਰਿਵਰ ਕ੍ਰਿਸ਼ਨਾ ਨਦੀ ਦੇ ਕਿਨਾਰੇ, ਆਪਣੇ ਸਾਊਥ ਇੰਡੀਆ 'ਚ ਚੜ੍ਹਦੀ ਹੈ। ਕ੍ਰਿਸ਼ਨਾ ਨਦੀ ਦੇ ਕਿਨਾਰੇ ਹੈ ਅਮਰਾਵਤੀ, ਕਾਫੀ ਇੰਪੋਰਟੈਂਟ ਹੈ। ਅਤੇ ਜੰਮੂ ਕਸ਼ਮੀਰ ਦੀ ਕੈਪੀਟਲ ਤੁਹਾਨੂੰ ਪਤਾ ਹੀ ਹੈ ਜੀ, ਜੰਮੂ ਐਂਡ ਸ਼੍ਰੀਨਗਰ। ਮਹਾਰਾਸ਼ਟਰ ਦੀ ਕੈਪੀਟਲ ਹੈ ਮੁੰਬਈ। ਠੀਕ ਹੈ, ਬਾਕੀ ਸਾਰੀਆਂ ਤੁਸੀਂ ਨਾਲ ਰਿਵਾਈਜ਼ ਕਰਦੇ ਰਹਿਣਾ। ਅਤੇ ਇੱਕ ਕੁਐਸਚਨ ਆਪਾਂ ਨੂੰ ਹੋਰ ਆਊਗਾ ਜੀ, ਆਂਧਰ ਪ੍ਰਦੇਸ਼ ਨੂੰ ਹੋਰ ਕੀ ਬੋਲਿਆ ਜਾਂਦਾ ਹੈ? ਰਾਈਸ ਬਾਊਲ ਆਫ ਇੰਡੀਆ ਵੀ ਕਿਹਨੂੰ ਬੋਲਿਆ ਜਾਂਦਾ ਹੈ? ਆਂਧਰ ਪ੍ਰਦੇਸ਼। ਚਲੋ ਜੀ, ਚੱਲਦੇ ਹਾਂ 4th ਕੁਐਸਚਨ 'ਤੇ। ਰਾਣੀ ਕੀ ਵਾਵ ਇਨ ਗੁਜਰਾਤ ਇਜ਼ ਏ ਫੇਮਸ। ਤਾਂ ਰਾਣੀ ਕੀ ਵਾਵ ਕਾਫੀ ਇੰਪੋਰਟੈਂਟ ਹੈ, ਗੁਜਰਾਤ ਦੇ ਵਿੱਚ ਹੈ। ਇਹ ਕੀ ਹੈ ਜੀ ਫੇਮਸ? ਸਟੈਪ ਵੈਲਸ ਹੈ। ਮਤਲਬ ਇਹ ਸਟੈਪ ਵੈਲਸ ਮਤਲਬ ਇੱਕ ਵੈਲਸ ਮਤਲਬ ਕੂਏ, ਸੀੜੀਨੁਮਾ ਕੂਏ ਹੈ ਇਹ, ਹੈ ਨਾ, ਗੁਜਰਾਤ ਦੇ ਵਿੱਚ ਇਹ ਯਾਦ ਰੱਖਣਾ। ਦੂਸਰਾ ਤੁਸੀਂ ਯਾਦ ਰੱਖ ਸਕਦੇ ਹੋ ਵੀ ਇਹ ਸਰਸਵਤੀ ਨਦੀ ਦੇ ਕਿਨਾਰੇ ਹੈ। ਤਾਂ ਗੁਜਰਾਤ ਦੇ ਆਪਾਂ ਕੈਪੀਟਲ ਯਾਦ ਕੀਤੀ ਸੀ ਗਾਂਧੀਨਗਰ, ਅਤੇ ਦੂਸਰਾ ਆਪਾਂ ਕਿਹਾ ਸੀ ਅਹਿਮਦਾਬਾਦ। ਇਹ ਦੋਨੋਂ ਜਿਹੜੇ ਸ਼ਹਿਰ ਹੈ ਉਹ ਸਾਬਰਮਤੀ ਨਦੀ ਦੇ ਕਿਨਾਰੇ ਹੈ। ਅਤੇ ਗੁਜਰਾਤ ਦੀ ਕੈਪੀਟਲ ਹੈ ਗਾਂਧੀਨਗਰ। ਤਾਂ ਸਟੈਪ ਵੈਲਸ ਆ ਵੀ, ਰਾਣੀ ਕੀ ਵਾਵ ਵੀ ਸਰਸਵਤੀ ਨਦੀ ਦੇ ਕਿਨਾਰੇ ਹੈ। ਹੁਣ ਇਹ ਆਪਣੇ ਜਿਹੜੇ ਨਵੇਂ ਨੋਟ ਆਇਆ, ਆਪਾਂ ਨੂੰ ਪਤਾ 100 ਰੁਪਏ ਦਾ ਨਵੇਂ ਨੋਟ ਆਇਆ ਹੈ ਨਾ, ਉਹਦੇ ਪਿੱਛੇ ਵੀ ਜਿਹੜੇ ਪਿਕ ਬਣੀ ਹੋਈ ਹੈ ਉਹ ਰਾਣੀ ਕੀ ਵਾਵ ਬਣੀ ਹੈ। ਸਾਰਿਆਂ ਨੇ ਚੈੱਕ ਕਰ ਲੈਣਾ, ਜਿਹਨੂੰ ਨਹੀਂ ਪਤਾ ਖਰਚਾ ਤਾਂ ਸਾਰਿਆਂ ਨੇ ਹੈ ਪਰ ਚੈੱਕ ਵੀ ਕਰ ਲੈਣਾ, ਹੈ ਨਾ। ਅਤੇ 4th ਆਪਾਂ ਇਹ ਵੀ ਯਾਦ ਰੱਖਣਾ, ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਸਾਈਟ ਹੈ। ਇਹ ਵੀ ਆਪਾਂ ਨੂੰ ਕੁਐਸਚਨ ਆ ਜਾਂਦਾ। ਯੂਨੈਸਕੋ, ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸਾਇੰਟੀਫਿਕ ਐਂਡ ਕਲਚਰ ਆਰਗੇਨਾਈਜੇਸ਼ਨ। ਯੂਨੈਸਕੋ ਦੇ ਹੈੱਡਕੁਆਟਰਸ ਕਿੱਥੇ ਸੀ? ਪੈਰਿਸ, ਫਰਾਂਸ ਦੇ ਵਿੱਚ। ਅਤੇ ਪੈਰਿਸ ਕਿਹੜੀ ਨਦੀ ਦੇ ਕਿਨਾਰੇ ਹੈ? ਸੀਨ ਨਦੀ ਦੇ ਕਿਨਾਰੇ। ਤਾਂ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਸਾਈਟ ਵੀ ਹੈ ਰਾਣੀ ਕੀ ਵਾਵ।
कित्थे है गुजरात, तो गुजरात की कैपिटल है जी गांधीनगर। चलते जी 5th क्वेश्चन ते गरबा इज़ ए फोक डांस ऑफ, आई होप तुसी ईजली इनू दस सकते हो। गरबा तो डांडिया दोनों फोक डांस कित्थे दे, गुजरात के है ना। डांडिया भी इत्थे हुंदा है, गरबा भी हुंदा है, फोक डांस है गुजरात के। ठीक है जी। उस तो इलावा मिज़ोरम की कैपिटल आप अज ही याद की है आइजवॉल। आइजवॉल अपनी नॉर्थ ईस्टर्न स्टेट है तो काफ़ी इंपॉर्टेंट है, याद रखना है, ये पूछ लेंगे आइजवॉल। हूँ मिज़ोरम के देखो आई तो जैड आंदा है, आइजवॉल भी आई तो जैड आ रहा है, तो आई तो जैड याद रखना है। ठीक है, मिज़ोरम की कैपिटल है आइजवॉल। गुजरात की गांधीनगर। राजस्थान की कैपिटल है जयपुर। राजस्थान की कैपिटल की है जयपुर। तो जयपुर का एक होर नेम भी है, इनू होर की बोलिया जाता है पिंक सिटी, है ना, पिंक सिटी। एक आ भी शायद तुसी सुनिया होगा ब्लू सिटी किनू बोलिया जाता है, वेरी इंपॉर्टेंट है ना। पिंक सिटी तो सारे पता है, ब्लू सिटी भी याद रखो, ये बोलिया जाता है जोधपुर नू। देखो जोड़े राजस्थानी भाई है उन्होंने तो पता होगा, तो बाकी पंजाबी हो तुसी भी याद रखो भी जोधपुर नू की बोलिया जाता है ब्लू सिटी। ठीक है जी। आई होप तुम्हें क्वेश्चन पसंद आ रहे हैं, सीरीज़ में तुम इंजॉय कर रहे हो, है ना। अपने रिव्यूज़ जरूर देने हैं। चलो चलते जी नैक्सट क्वेश्चन थे। इन विच इंडियन रिलीजन देर आर 24 तीर्थंकर। किहड़ा अपना भारत का जोड़ा धर्म है वो 24 तीर्थंकर सी। तीर्थंकर का सिंपली इत्थे मतलब ये है भी गुरु, वो 24 गुरु सी, संत सीगे, सेंट सी। तो ये जोड़ा धर्म है इसका नाम है जी जैन धर्म, जैनिज़म। ये ऑप्शन का करैक्ट आंसर है जैनिज़म। तो आप मेन ये याद रखना है फर्स्ट तीर्थंकर कौन सी। फर्स्ट तीर्थंकर का नाम है जी ऋषभनाथ, वेरी इंपॉर्टेंट। उस तो बाद आप याद रखना है 23rd तीर्थंकर सी, उन्होंने नाम सी पार्शर्वनाथ। पार्शर्वनाथ। तो एक आप याद रखना है 24th ਜਿਹੜੇ लास्ट ਸੀਗੇ 24 है ना, उन्होंने नाम है वर्धमान महावीर। वर्धमान महावीर। तो आप इदा फर्स्ट 23rd तो 24th इदा 3 याद रखने हैं। ठीक है, जैनिज़म। उस तो इलावा बुद्धिज़म के फाउंडर को कौन है जी, गौतम बुद्ध। गौतम बुद्ध जिन्होंने लाइट ऑफ एशिया भी बोलिया जाता, लाइट ऑफ एशिया भी बोलिया जाता है गौतम बुद्ध, ये बुद्ध धर्म के फाउंडर है। ठीक है, भी अपन क्वेश्चन आ सकता। 7th क्वेश्चन है जी द सलार जंग म्यूजियम इज़ एन आर्ट म्यूजियम इज़ लोकेटेड इन, वेरी इंपॉर्टेंट क्वेश्चन। फेमस वन ऑफ द फेमस वर्ल्ड म्यूजियम जिसका नाम है सलार जंग म्यूजियम, है कितने है, ये है जी तेलंगाना के विच। तेलंगाना की कैपिटल की है हैदराबाद, यानी कि सिंपली आप कहना है कितने है हैदराबाद के। सलार जंग परसन से उन्होंने नाम से इन्हों का नाम रखा गया सलार जंग म्यूजियम। तो इंपॉर्टेंट है, हैदराबाद के विच है, मूसी नदी के किनारे है। हैदराबाद वैसे कि किनारे है, मूसी रिवर के किनारे है। उवें सलार जंग म्यूजियम भी हैदराबाद च मूसी नदी के किनारे है, याद रखना, वेरी इंपॉर्टेंट। मूसी बोलना, इन्हू मूसा नहीं बोलना। ठीक है पंजाबियों, तो मूसा ही याद रहता है, मूसी नदी है। तो तमिलनाडु की कैपिटल की है चेन्नई। वैस्ट बंगाल की कैपिटल है जी कोलकाता, वेरी इंपॉर्टेंट, कोलकाता। कोलकाता का एक और नेम भी है, कोलकाता इज़ ऑल्सो नोन एज सिटी ऑफ पैलेसिस, वेरी इंपॉर्टेंट, सिटी ऑफ पैलेसिस बोलिया जाता है कोलकाता में। दूसरा इनू सिटी ऑफ जॉय भी बोलिया जाता है, सिटी ऑफ जॉय, दो याद रखने। देखो सिटी ऑफ पैलेसिस एंड सिटी ऑफ जॉय किनू बोलिया जाता है, कोलकाता नू। कोलकाता की कैपिटल है वैस्ट बंगाल। एंड बिहार की कैपिटल की है पटना। पटना इनू आप किवें याद किया सी, हार तो। कोई भी खिलाड़ी, कोई भी प्लेयर अपनी हार कदों मनूगा, जो दूसरा खिलाड़ी उन्होंने पटक दूगा। पटकना तो याद रखना है पटना। बिहार की कैपिटल है पटना, आई होप तुहानूं याद होगी, है ना। कई तो बिहार की कैपिटल नूं यूपी की कैपिटल नूं बिहार कही जाते, बिहार की कैपिटल नूं यूपी कही जाते, है ना। पर याद रखना अलग अलग स्टेट्स है। 8th क्वेश्चन है विच ऑफ द फॉलोइंग नेशंस इज़ नॉट ए मैंबर ऑफ सार्क। सार्क की फुल फॉर्म की है, साउथ एशियन एसोसिएशन फॉर रीजनल कोऑपरेशन। साउथ एशियन एसोसिएशन फॉर रीजनल कोऑपरेशन, यानी कि साउथ एशियन कंट्रीज़ है, 8 मैंबर है ये। साउथ एशियन कंट्रीज़ का ग्रुप है, अपने आप के रीजनल कोऑपरेशन को मेनटेन करके रखता। तो सार्क के कहते किहड़े इन्हां चों मैंबर नहीं है, तो इसका सैकेंड ऑप्शन करैक्ट आंसर है थाईलैंड। थाईलैंड यानी कि यदा मैंबर नहीं है। ठीक है, तो इट मीनस इंडिया भी यदा मैंबर है, भूटान भी है, मालदीव्स भी है। तो टोटल ये 8 मैंबर है। 8 मैंबरस आप याद किवें करना है, MBBS पेन तो आप 8 मैंबरस याद कर सकते हैं, MBBS पेन, वेरी इंपॉर्टेंट। ये पूछे जा सकते 8 मैंबर किहड़े हैं। तो M का मतलब है जी इत्थे मालदीव्स, B का मतलब है भूटान, नैक्सट B है बांग्लादेश,
दैन एस तो याद रखना है श्रीलंका, पी तो याद रखना है पाकिस्तान, डरावने जे नाम है ना। ए तो याद रखना है अफगानिस्तान, डरो ना कोई गल नहीं। इंडिया की कैपिटल है जी न्यू दिल्ली। हाँ कैपिटल तो कितने पहुँच गए। ई तो मतलब आई तो मतलब है इंडिया एंड एन फॉर नेपाल। तो ये अपने 8 मैंबरस हैं, यानी कि थाईलैंड इसका मैंबर नहीं है। ठीक है, ऐसा क्वेश्चन आ सकता इंपॉर्टेंट है। तो MBBS पेन जो MBBS डॉक्टर होंगे आप इंजैक्शन ला देंगे फिर आपको पेन होंगे, इदा आप याद रख सकते हैं। ठीक है जी, समझ रहे हो ना। 9th क्वेश्चन है हु इज़ ऑनर्ड वाइल सैलीब्रेटिंग इंजीनियर्स डे इन इंडिया। इंडिया ਦੇ ਵਿੱਚ ਕੀ ਮਨਾਇਆ ਜਾਂਦਾ ਹੈ ਇੰਜੀਨੀਅਰਸ ਡੇ। ਤਾਂ ਜ਼ਿਆਦਾਤਰ ਮੇਰੀ ਵੀਡੀਓਜ਼ ਨੂੰ ਇੰਜੀਨੀਅਰਸ ਹੀ ਦੇਖ ਰਹੇ ਹੋਣਗੇ ਹੈ ਨਾ, ਤੇ ਇੰਜੀਨੀਅਰ ਹੀ ਕਿਸੇ ਵੀਡੀਓ ਬਣਾ ਵੀ ਰਿਹਾ। ਚਲੋ, ਤਾਂ ਇੰਜੀਨੀਅਰਸ ਡੇ ਜਿਹੜਾ ਹੈ ਇੰਡੀਆ ਦੇ ਵਿੱਚ ਕਦੋਂ ਮਨਾਇਆ ਜਾਂਦਾ ਹੈ 15 ਸਤੰਬਰ। 15 ਸਤੰਬਰ ਤਾਂ ਇੰਜੀਨੀਅਰ ਕੋਈ ਗੱਲ ਨਹੀਂ, ਹੁਣ ਪਟਵਾਰੀ ਬਣ ਜਾਓ। ਤਾਂ 15 ਸਤੰਬਰ ਨੂੰ ਮਨਾਇਆ ਜਾਂਦਾ ਹੈ ਇੰਜੀਨੀਅਰਸ ਡੇ। ਤਾਂ ਇੰਜੀਨੀਅਰਸ ਡੇ ਕਿਉਂ ਮਨਾਇਆ ਜਾਂਦਾ ਬਿਕੋਜ਼ ਇਸ ਦਿਨ ਇੰਡੀਆ ਦੇ ਮਹਾਨ ਇੰਜੀਨੀਅਰ M ਵਿਸ਼ਵੇਸ਼ਵਰਈਆ ਉਹਨਾਂ ਦਾ ਬਰਥਡੇ ਹੁੰਦਾ। ਤਾਂ M ਵਿਸ਼ਵੇਸ਼ਵਰਈਆ ਇਹਨਾਂ ਨੂੰ ਦੀਵਾਨ ਆਫ ਮੈਸੂਰ ਵੀ ਬੋਲਿਆ ਜਾਂਦਾ ਹੈ, ਦੀਵਾਨ ਆਫ ਮੈਸੂਰ। ਦੇਖੋ ਤੁਹਾਨੂੰ ਸ਼ਾਇਦ ਕੁਐਸਚਨ ਆਉਂਦੇ ਹੋਣਗੇ, ਬਟ ਜੋ ਕੁਐਸਚਨ ਦੇ ਅੰਦਰ ਮੈਂ ਤੁਹਾਨੂੰ ਚੀਜ਼ਾਂ ਦੱਸ ਰਿਹਾ ਇਹ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੇ ਹੈ ਨਾ। ਇਹਨਾਂ ਚੀਜ਼ਾਂ ਨੂੰ ਨਾਲ ਨਾਲ ਨੋਟ ਕਰਦੇ ਰਹੋ। ਤਾਂ ਦੀਵਾਨ ਆਫ ਮੈਸੂਰ ਬੋਲਿਆ ਜਾਂਦਾ। ਹੁਣ M ਵਿਸ਼ਵੇਸ਼ਵਰਈਆ ਨੂੰ ਇਹਨਾਂ ਨੂੰ ਭਾਰਤ ਰਤਨ ਅਵਾਰਡ ਵੀ ਮਿਲ ਚੁੱਕਿਆ 1955 ਦੇ ਵਿੱਚ, ਇੰਡੀਆ ਦਾ ਹਾਈਐਸਟ ਸਿਵਲੀਅਨ ਅਵਾਰਡ 1955 'ਚ ਹੈ ਨਾ, ਇਹ ਵੀ ਯਾਦ ਰੱਖਣਾ। ਬਾਕੀ ਆਪਸ਼ਨਸ ਦੇਖ ਲੈਂਦੇ ਹਾਂ। ਕਲਪਨਾ ਚਾਵਲਾ ਕੀ ਸੀ ਫਸਟ ਇੰਡੀਅਨ ਵੂਮਨ ਟੂ ਗੋ ਇਨਟੂ ਸਪੇਸ। ਫਸਟ ਇੰਡੀਅਨ ਵੂਮਨ ਟੂ ਗੋ ਇਨਟੂ ਸਪੇਸ। ठीक है, टू गो इनटू स्पेस कौन सी? कल्पना चावला। देन उसके बाद CV रमन, ये कौन सी? फर्स्ट इंडियन टू गेट नोबल प्राइज़ इन फिजिक्स। तो फिजिक्स के फर्स्ट इंडियन पहले भारतीय जिन्होंने नोबल प्राइज़ मिले फिजिक्स वो कौन सी? डॉक्टर CV रमन। ठीक है, ये भी याद रखना नाल चीज़ा। चलो चलते जी 10th क्वेश्चन थे। द फर्स्ट वूमन फिल्म स्टार नॉमिनेटेड टू द राज्य सभा अवार्ड्स। पहली वूमन फिल्म स्टार दसनी है, इन्हों का नाम है नरगिस दत्त, जो कि मदर है जी संजय दत्त की। संजय दत्त की मदर है नरगिस दत्त। काफ़ी फेमस ये अपने इंडिया के रहे ने एक्ट्रैस एंड इन्हों पद्म श्री भी मिल चुके हैं, जो कि इंडिया का 4th हाईएस्ट सिविलियन अवार्ड है पद्म श्री, भी इन्हों मिल चुके हैं। तो नरगिस दत्त पहले से जिन्होंने नॉमिनेट किया गया राज्य सभा, यानी कि राज्य सभा का मैंबर इन्हों बनाया गया। किते वालों बनाया जाता राज्य सभा का मैंबर? पॉलिटिक्स क्वेश्चन आता है। तो राज्य सभा के 12 मैंबर टोटल नॉमिनेट किए जा सकते हैं। किते वालों किए जा सकते हैं? प्रेजिडेंट वालों। तो जो अपने देश के राष्ट्रपति है वो अपनी मर्जी नाल 12 मैंबरस नॉमिनेट कर सकता है राज्य सभा च। आप याद रखना पॉलिटिक्स अपन क्वेश्चन आता। बाकी राज्य सभा को आप होर की बोलते हैं? इट इज़ द अपर हाउस ऑफ पार्लीमेंट। अपर हाउस ऑफ पार्लीमेंट। देखो मेरी राइटिंग वैसे बहुत सोहनी है, मेरी गल मन्नियो तुसीं सारे, बट इत्थे है ना थोड़ी इदां दी हो जाती है। आप स्क्रीन पर जो लिखते हैं सैकेंड राज्य सभा को होर की बोलिया जाता है? काउंसिल ऑफ स्टेट्स। काउंसिल ऑफ स्टेट्स बोलिया जाता है राज्य सभा। ठीक है, तो यह भी याद रखना। तो आई होप तुहानूं ये सीरीज़ पसंद आई होगी। तुसीं इन्हां क्वेश्चनस नूं अच्छे तरीके नाल याद कर रहे हो है ना, अपनी प्रिपरेशनस नूं होर ज़्यादा बूस्टअप कर रहे हो। पंजाब पटवारी किसी भी टाइम पर आउट हो सकता, अपनी प्रिपरेशनस नूं बहुत ही चंगे तरीके नाल करो। ओके स्टूडेंट्स, बेस्ट ऑफ लक। मिलते हैं जी नैक्सट वीडियो दे विच।